मेरी सोच वक्री है। मेरा ये मनना है कि पंजाब नाल जुड़े सारे मैंबर पार्लीमेंटां नूं अस्तीफा दे देना चाहिए, क्योंकि उन्हां दीयां तमाम कोशिशों के बावजूद भी उन्हां दी गल नहीं सुनी गई। क्यों? वजह सीधी सीधी है कि भारतीय जनता पार्टी को किसानों से नफरत है। विजिलेंस ब्यूरो की जिहड़ी टीम सी बाहर, उन्होंने फिर किसी नूं भी सुमेध सिंह सैनी होना दे घर दाखिल नहीं होने दिता। सो काफ़ी कशमकश तिखी शब्दावली उत्थे एक दूजे के प्रति उत्थे घर च दाखिल होने नूं लैके वरती गई। गगन, शायद पंजाब के इतिहास से पहली बार है जदों पोलीटिकल पार्टियां तो हैगियां, उन्हां कोले जेतू उम्मीदवार नहीं है, पोलीटिकल पार्टियां कोले मुख मंत्रियों के चेहरे नहीं है। समस्या हल करनी है तो जब कैप्टन अमरिंदर पंजाब से चल के अमित शाह से मिलकर जाता है तो किसानों से मिलना चाहिए। और चर्चावां ये हो रही सी भी सुमेध सिंह सैनी तो या तो पुछगिछ हो सकती है या उन्होंने गिरफ्तारी भी हो सकती है, क्योंकि अचानक मूँह नेड़े टीम पहुंची। सत श्री अकाल, स्वागत है ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅੱਜ ਵੀ ਸਿਆਸੀ ਅਤੇ ਸਮਾਜਿਕ ਮੁੱਦਿਆਂ ਦੇ ਉੱਤੇ ਚਰਚਾ ਵਿਸਥਾਰ ਦੇ ਨਾਲ ਕਰਾਂਗੇ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸੁਮੇਧ ਸਿੰਘ ਸੈਣੀ ਦੇ ਘਰੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਪਾਈ ਗਈ ਦਬਸ਼ ਦੇ ਉੱਤੇ ਵੀ ਕਰਾਂਗੇ। ਜਿਸ ਤਰ੍ਹਾਂ ਦੇ ਨਾਲ ਉੱਥੇ ਪੁਲਿਸ ਪਹੁੰਚੀ ਹੈ ਕਿ ਕੁਝ ਇਸ ਦੇ ਪਿੱਛੋਂ ਸੰਕੇਤ ਨੇ, ਉਸ ਦੇ ਉੱਤੇ ਗੱਲਬਾਤ ਰਹੇਗੀ। ਵਿਕਰਮ ਮਜੀਠੀਆ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਕਰਦਿਆਂ ਪੋਸਟ ਪਾਈ ਗਈ ਹੈ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਉਧਰ ਰਾਮੂ ਵਾਲੀਆ ਦੀ ਧੀ ਦੇ ਵੱਲੋਂ ਬੀਜੇਪੀ ਦਾ ਕਮਲ ਦਾ ਫੁੱਲ ਚੁੱਕ ਲਿਆ ਗਿਆ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਓਲੰਪਿਕਸ ਦੇ ਵਿੱਚ ਪੰਜਾਬ ਦੀ ਧੀ ਨੇ ਬਹੁਤ ਵੱਡਾ ਨਾਮਣਾ ਖੱਟਿਆ ਹੈ, ਉਸ ਦੇ ਉੱਤੇ ਵੀ ਚਰਚਾ ਪੰਜਾਬ ਦੇ ਇਸ ਮੁੱਦੇ ਦੇ ਉੱਤੇ ਰਹੇਗੀ। ਹਾਕੀ ਦੇ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਪੰਜਾਬੀਆਂ ਦਾ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਾਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਲਾ ਜੀ, ਸਵਾਗਤ ਹੈ। बहुत धन्यवाद गगन जी, तुहाडा भी और दुनिया भर के पंजाबियों का बहुत बहुत धन्यवाद। बिल्कुल। सो चर्चा आम आदमी पार्टी की भी प्रोग्राम के विच करांगे, जो सियासी समीकरण आम आदमी पार्टी के वलों बदले जा रहे हैं। डला साहब, सब तो पहला तो मैं सुमेध सिंह सैनी के घर के वल चलीए। 20 सैक्टर के विच उन्हां दा घर स्थित है, कहते उत्थे दबिश जिहड़ी इन जिहड़े विभाग के वलों कीती गई, इक्को लखत विभाग पहुंचे, इस तो संकेत की वेखते हो बिना दसे इस तरह पहुंचा जाना? देखो, विजिलेंस ब्यूरो की टीम, पता लग्या देर रात तक कि विजिलेंस ब्यूरो कल चंडीगढ़ सैक्टर 20 ਦੇ ਵਿੱਚ ਸੁਮੇਧ ਸੈਣੀ ਹੋਣਾ ਦੀ ਰਿਹਾਇਸ਼ ਹੈ, ਉੱਥੇ ਵਿਜੀਲੈਂਸ ਬਿਊਰੋ ਦੀ ਟੀਮ ਪਹੁੰਚੀ। ਸ਼ੁਰੂ ਦੇ ਵਿੱਚ ਇਹ ਗੱਲਾਂ ਆਈਆਂ ਸੀ ਕਿ ਸ਼ਾਇਦ ਸਿੱਟ ਦੀ ਕੋਈ ਟੀਮ ਪਹੁੰਚੀ ਹੈ, ਔਰ ਚਰਚਾਵਾਂ ਇਹ ਹੋ ਰਹੀਆਂ ਸੀ ਵੀ ਸੁਮੇਧ ਸਿੰਘ ਸੈਣੀ ਤੋਂ ਜਾਂ ਤਾਂ ਪੁੱਛਗਿੱਛ ਹੋ ਸਕਦੀ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ, ਕਿਉਂਕਿ ਅਚਾਨਕ ਮੂੰਹ ਨੇੜੇ ਟੀਮ ਪਹੁੰਚੀ। ਸੂਰਜ ਡੁੱਬਣ ਤੋਂ ਕੁਝ ਵਕਤ ਪਹਿਲਾਂ ਹੀ ਪੁਲਿਸ ਉੱਥੇ ਪਹੁੰਚੀ ਤੇ ਹਨੇਰਾ ਹੋ ਗਿਆ ਸੀ, ਤੇ ਸਾਦੇ ਕੱਪੜਿਆਂ ਦੇ ਵਿੱਚ ਸੁਮੇਧ ਸੈਣੀ ਦੀ ਕੋਠੀ ਦੇ ਆਲੇ ਦੁਆਲੇ ਜਦੋਂ ਪੁਲਿਸ ਦੇ ਮੁਲਾਜ਼ਮ ਤੈਨਾਤ ਹੋਏ ਤਾਂ ਅੰਦਰ ਸੁਮੇਧ ਸਿੰਘ ਸੈਣੀ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਚਕੰਨੀ ਹੋ ਗਈ, ਉਹ ਸੁਚੇਤ ਹੋ ਗਈ। ਉਹਨਾਂ ਨੇ ਸਾਰੇ ਦਰਵਾਜ਼ੇ ਜਿਹੜੇ ਬੰਦ ਕਰ ਲਏ, ਔਰ ਬਾਅਦ ਦੇ ਵਿੱਚ ਜਦੋਂ ਜਿਹੜੇ ਬਾਹਰ ਲੋਕ ਇਕੱਠੇ ਹੋਏ ਸੀ ਪੁਲਿਸ ਦੇ, ਵਿਜੀਲੈਂਸ ਦੇ, ਜਿਨ੍ਹਾਂ ਬਾਰੇ ਬਾਅਦ 'ਚ ਪਤਾ ਲੱਗਿਆ, ਤੇ ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਸੁਮੇਧ ਸਿੰਘ ਸੈਣੀ ਉਹਨਾਂ ਤੋਂ ਪੁੱਛਗਿੱਛ ਕਰਨੀ ਹੈ, ਤਾਂ ਸੁਮੇਧ ਸਿੰਘ ਸੈਣੀ ਉਹਨਾਂ ਦੀ ਸੁਰੱਖਿਆ ਦਸਤੇ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਨਹੀਂ, ਅਸੀਂ ਤੁਹਾਨੂੰ ਘਰ ਦੇ ਵਿੱਚ ਦਾਖਲ ਨਹੀਂ ਹੋਣ ਦੇ ਸਕਦੇ, ਪਹਿਲਾਂ ਤੁਸੀਂ ਕੋਈ ਅਧਿਕਾਰਿਕ ਡਾਕੂਮੈਂਟ ਲੈ ਕੇ ਆਓ, ਕੋਈ ਸਰਚ ਵਾਰੰਟ ਲੈ ਕੇ ਆਓ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਜੀਲੈਂਸ ਬਿਊਰੋ ਦੇ ਨਾਲ ਚੰਡੀਗੜ੍ਹ ਪੁਲਿਸ ਦੀ ਕੋਈ ਟੁਕੜੀ ਨਹੀਂ ਸੀ। ਆਮ ਤੌਰ 'ਤੇ ਜਦੋਂ ਯੂਟੀ ਦੇ ਵਿੱਚ ਕੋਈ ਰੇਡ ਹੋਵੇ, ਕੋਈ ਛਾਪਾ ਮਾਰਨਾ ਹੋਵੇ, ਕੋਈ ਪੁੱਛਗਿੱਛ ਕਰਨੀ ਹੋਵੇ, ਇਸ ਤਰੀਕੇ ਨਾਲ ਪੁਲਿਸ ਨੇ, ਉਹ ਵੀ ਅਨਅਫੀਸ਼ੀਅਲ ਸਮੇਂ 'ਤੇ, ਕਿਉਂਕਿ ਰਾਤ ਨੂੰ ਸੂਰਜ ਡੁੱਬਣ ਤੋਂ ਬਾਅਦ ਪੁਲਿਸ ਦੀ ਟੁਕੜੀ ਗਈ ਹੈ ਕਿਸੇ ਦੇ ਘਰ, ਤੇ ਉਹਦੇ ਲਈ ਲੋਕਲ ਪੁਲਿਸ ਦੀ ਜਾਣਕਾਰੀ 'ਚ ਹੋਣਾ ਜਾਂ ਲੋਕਲ ਪੁਲਿਸ ਦਾ ਨਾਲ ਹੋਣਾ ਬੜਾ ਜ਼ਰੂਰੀ ਸੀ। ਹੁਣ ਕੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂ ਨਹੀਂ ਦਿੱਤੀ ਮੋਹਾਲੀ ਦੀ ਪੁਲਿਸ ਨੇ, ਵਿਜੀਲੈਂਸ ਬਿਊਰੋ ਨੇ, ਇਹ ਤਾਂ ਬਾਅਦ 'ਚ ਪਤਾ ਲੱਗੂਗਾ, ਪਰ ਅੰਦਰ ਨਹੀਂ ਜਾਣ ਦਿੱਤਾ ਗਿਆ ਕਿਸੇ ਨੂੰ ਵੀ ਸੁਮੇਧ ਸਿੰਘ ਸੈਣੀ ਦੇ ਘਰ। ਔਰ ਵਕੀਲ ਨੇ ਜਿਹੜੇ ਸੁਮੇਧ ਸਿੰਘ ਸੈਣੀ ਦੇ, ਜਿਹੜੇ ਪਹਿਲਾਂ ਇੱਕ ਵਕੀਲ ਸਾਹਿਬ ਆਏ, ਉਹਨਾਂ ਨੂੰ ਜ਼ਰੂਰ ਘਰ 'ਚ ਪ੍ਰਵੇਸ਼ ਮਿਲਿਆ, ਪਰ ਬਾਅਦ ਦੇ ਵਿੱਚ ਪੁਲਿਸ ਨੇ, ਵਿਜੀਲੈਂਸ ਬਿਊਰੋ ਦੀ ਜਿਹੜੀ ਟੀਮ ਸੀ ਬਾਹਰ, ਉਹਨਾਂ ਨੇ ਫਿਰ ਕਿਸੇ ਨੂੰ ਵੀ ਸੁਮੇਧ ਸਿੰਘ ਸੈਣੀ ਉਹਨਾਂ ਦੇ ਘਰ ਦਾਖਲ ਨਹੀਂ ਹੋਣ ਦਿੱਤਾ। ਸੋ ਕਾफ़ी ਕਸ਼ਮਕਸ਼ ਤਿੱਖੀ ਸ਼ਬਦਾਵਲੀ ਉੱਥੇ ਇੱਕ ਦੂਜੇ ਦੇ ਪ੍ਰਤੀ ਉੱਥੇ ਘਰ 'ਚ ਦਾਖਲ ਹੋਣ ਨੂੰ ਲੈ ਕੇ ਵਰਤੀ ਗਈ। ਹਾਲਾਂਕਿ ਉਹ ਮਰਿਆਦਾ ਵਾਲੀ ਸ਼ਬਦਾਵਲੀ ਸੀ। ਪੁਲਿਸ ਦੇ ਜਿਹੜੇ ਅਫਸਰ ਨੇ ਔਰ ਵਿਜੀਲੈਂਸ ਬਿਊਰੋ ਦੇ ਅਫਸਰ ਨੇ ਜਾਂ ਸੁਮੇਧ ਸਿੰਘ ਸੈਣੀ ਦੀ ਸਿਕਿਉਰਿਟੀ ਹੈ, ਉਹਨਾਂ ਨੇ ਵੀ ਜਿਹੜੇ ਸ਼ਬਦ ਨੇ ਉਹ ਦਫ਼ਤਰੀ ਸ਼ਬਦਾਂ ਦੀ ਇੱਕ ਦੂਜੇ ਦੇ ਨਾਲ ਵਰਤੋਂ ਕੀਤੀ ਸੀ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਸੁਮੇਧ ਸਿੰਘ ਸੈਣੀ ਦੇ ਘਰ ਜਾਣ ਦੀ ਕੀ ਲੋੜ ਪਈ ਗਗਨ? ਹੁਣ ਇਹਦੇ ਦੋ ਤਿੰਨ ਮਤਲਬ ਕੱਢੇ ਜਾ ਸਕਦੇ ਨੇ। ਇੱਕ ਤਾਂ ਇਹ ਹੋ ਸਕਦਾ ਹੈ ਕਿ ਕੋਈ ਨਵਾਂ ਕੇਸ ਸੁਮੇਧ ਸਿੰਘ ਸੈਣੀ ਤੇ ਦਰਜ ਹੋਇਆ ਹੋਵੇ,
ਜਾਂ ਕਿਸੇ ਕੇਸ 'ਚ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕਰਨੀ ਹੋਵੇ। ਇੱਕ ਤਾਂ ਇਹ ਮਤਲਬ ਕੱਢਿਆ ਜਾ ਸਕਦਾ ਹੈ। ਇੱਕ ਮਤਲਬ ਇਹ ਹੋ ਸਕਦਾ ਵੀ ਕਿਸੇ ਪੁਰਾਣੇ ਚੱਲਦੇ ਕੇਸ 'ਚ ਪੁਲਿਸ ਸੁਮੇਧ ਸਿੰਘ ਸੈਣੀ ਕੋਲੇ ਗਈ ਹੋਵੇ। ਇੱਕ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਕਰਨਾ ਹੀ ਨਾ ਹੋਵੇ, ਸਿਰਫ ਕਿਸੇ ਮਾਮਲੇ 'ਚ ਉਹਨਾਂ ਤੋਂ ਜਾਣਕਾਰੀ ਸਾਂਝੀ ਕਰਨੀ ਹੋਵੇ। ਪਰ ਜੇ ਅਜਿਹੀ ਗੱਲ ਸੀ ਤੇ ਪੁਲਿਸ ਸਵੇਰੇ ਜਾ ਸਕਦੀ ਸੀ, ਦਿਨੇ ਜਾ ਸਕਦੀ ਸੀ, ਮੂੰਹ ਨੇਰੇ ਜਾਣ ਦੀ ਕੀ ਲੋੜ ਸੀ? ਸੋ ਸਵਾਲ ਕਈ ਖੜੇ ਹੁੰਦੇ ਨੇ। ਇੱਕ ਮਤਲਬ ਇਹ ਨਿਕਲਦਾ ਹੈ ਵੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਬਹੁਤ ਵਾਰੀ ਸਿਆਸੀ ਹਥਕੰਡੇ ਵਰਤਦੀਆਂ ਨੇ। ਕਿ ਸੁਮੇਧ ਸਿੰਘ ਸੈਣੀ ਨੂੰ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦਾ ਭੇਜਣਾ ਸਰਕਾਰ ਦੇ ਇਸ਼ਾਰੇ ਤੇ ਤਾਂ ਨਹੀਂ ਹੋਇਆ? ਦੇਖੋ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਗਿਆ, ਵਿਜੀਲੈਂਸ ਦੇ ਛਾਪੇ ਪਏ, ਉਹਦਾ ਸਿਆਸੀਕਰਨ ਹੋਇਆ। ਜਦੋਂ ਸਿਟੀ ਸੈਂਟਰ ਮਾਮਲੇ 'ਚ ਕੈਪਟਨ ਅਮਰਿੰਦਰ ਦੀ ਗ੍ਰਿਫਤਾਰੀ ਹੋਈ, ਉਹਦਾ ਵੀ ਸਿਆਸੀਕਰਨ ਹੋਇਆ। ਕਿਤੇ ਸੁਮੇਧ ਸਿੰਘ ਸੈਣੀ ਦੇ ਆਲੇ ਦੁਆਲੇ ਕੋਈ ਸਿਆਸੀ ਯੋਜਨਾ ਤਾਂ ਨਹੀਂ ਬਣ ਰਹੀ? ਸਰਕਾਰਾਂ ਦੀ ਕੋਈ ਸਿਆਸੀ ਮੰਤਵ ਤਾਂ ਨਹੀਂ ਇਹਦੇ ਪਿੱਛੇ? ਫਿਰ ਇੱਕ 18 ਸੂਤਰੀ ਏਜੰਡਾ ਹੈ। 18 ਸੂਤਰੀ ਏਜੰਡੇ ਦੇ ਵਿੱਚ ਕੈਪਟਨ ਅਮਰਿੰਦਰ ਤੇ ਦਬਾਅ ਹੈ, ਨਵਜੋਤ ਸਿੰਘ ਸਿੱਧੂ ਦਾ ਵੀ, ਰਾਹੁਲ ਗਾਂਧੀ ਦਾ ਵੀ, ਕਿ 18 ਸੂਤਰੀ ਏਜੰਡਾ ਕੈਪਟਨ ਸਾਹਿਬ ਲਾਗੂ ਕਰੋ। 4.5 ਸਾਲ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਬਹੁਤ ਮਸਲੇ ਜਿਹੜੇ ਨੇ ਉਹ ਪੂਰੇ ਕਰ ਨਹੀਂ ਸਕੇ। ਕਿਤੇ ਸੁਮੇਧ ਸਿੰਘ ਸੈਣੀ ਦੇ ਘਰ ਵਿਜੀਲੈਂਸ ਬਿਊਰੋ ਭੇਜਣਾ ਇਹ ਸੰਕੇਤ ਦੇਣਾ ਤਾਂ ਨਹੀਂ ਲੋਕਾਂ ਨੂੰ ਵੀ ਪੁਲਿਸ ਸੁਮੇਧ ਸਿੰਘ ਸੈਣੀ ਨੂੰ ਵੀ ਦਬਾਅ 'ਚ ਲਿਆ ਸਕਦੀ ਹੈ, ਗ੍ਰਿਫਤਾਰ ਕਰ ਸਕਦੀ ਹੈ, ਪੁੱਛਗਿੱਛ ਕਰ ਸਕਦੀ ਹੈ, ਭਾਵੇਂ ਕਿਸੇ ਵੀ ਮਾਮਲੇ 'ਚ ਉਹਨੂੰ ਪੁੱਛਗਿੱਛ ਜਾਂ ਗ੍ਰਿਫਤਾਰ ਕੀਤੀ ਜਾਵੇ? ਵੀ ਕਿਤੇ ਇਹ ਸਾਰੇ ਦੇ ਆਲੇ ਦੁਆਲੇ ਕੋਈ ਸਿਆਸੀ ਜਾਲ ਤਾਂ ਨਹੀਂ ਨਵਾਂ ਜਿਹਦਾ ਖੁਲਾਸਾ ਹੋਵੇ ਜਾਂ ਨਾ ਹੋਵੇ, ਉਹ ਤਾਂ ਭਵਿੱਖ 'ਚ ਪਤਾ ਲੱਗਣਾ। ਸੋ ਇਹ ਸਾਰੇ ਜਿਹੜੇ ਸ਼ੰਕੇ ਨੇ ਗਗਨ, ਉਹ ਸੁਮੇਧ ਸਿੰਘ ਸੈਣੀ ਦੇ ਘਰ ਦੇ ਬਾਹਰ ਵਿਜੀਲੈਂਸ ਬਿਊਰੋ ਦੇ ਜਾਣ ਤੇ ਖੜੇ ਹੁੰਦੇ ਨੇ। ਔਰ ਕੋਈ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ। ਨਾ ਡੀਜੀਪੀ ਨੇ ਕੋਈ ਟਵੀਟ ਕੀਤਾ, ਨਾ ਮੁੱਖ ਮੰਤਰੀ ਨੇ ਟਵੀਟ ਕੀਤਾ, ਨਾ ਵਿਜੀਲੈਂਸ ਬਿਊਰੋ ਮੋਹਾਲੀ ਨੇ ਕੋਈ ਟਵੀਟ ਕੀਤਾ। ਔਰ ਸੁਮੇਧ ਸਿੰਘ ਸੈਣੀ ਬਾਅਦ ਦੇ ਵਿੱਚ ਘਰ 'ਚ ਨਹੀਂ ਮਿਲੇ, ਔਰ ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਹਨਾਂ ਦੇ ਘਰ ਗਈ ਜਦੋਂ ਚੰਡੀਗੜ੍ਹ ਪੁਲਿਸ ਆਈ। ਦੇਖੋ, ਇਹ ਵੀ ਇੱਕ ਖੋਜ ਦਾ ਵਿਸ਼ਾ ਹੈ। ਚੰਡੀਗੜ੍ਹ ਦੀ ਪੁਲਿਸ 2-2.5 ਘੰਟਿਆਂ ਬਾਅਦ ਪਹੁੰਚੀ ਗਗਨ। ਇੱਕ ਸਾਬਕਾ ਡੀਜੀਪੀ ਜਿਹਦੇ ਕੋਲੇ ਕੇਂਦਰੀ ਸੁਰੱਖਿਆ, ਉਹਦੀ ਕੋਠੀ ਦੇ ਆਲੇ ਦੁਆਲੇ ਐਡਾ ਘੇਰਾ ਪੈ ਜੇ, ਮੀਡੀਆ ਦਾ ਹਜੂਮ ਬਣ ਜੇ, ਤੇ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਗਗਨ, ਉਹ ਪਹੁੰਚੇ 2-2.5 ਘੰਟਿਆਂ ਬਾਅਦ। ਤੇ ਪੀਸੀਆਰ ਕਾਹਦੇ ਲਈ ਦਿੱਤਾ ਜਾਂਦਾ ਹੈ? ਪੀਸੀਆਰ ਇਸੇ ਲਈ ਹੈ, ਸਰਕਾਰੀ ਪੈਟਰੋਲ ਲੱਗਦਾ, ਡੀਜ਼ਲ ਲੱਗਦਾ ਪੀਸੀਆਰ ਨੂੰ, ਸਰਕਾਰੀ ਖਰਚੇ ਤੇ ਪੀਸੀਆਰ ਦੀ ਮੂਵਮੈਂਟ ਹੈ। ਅਗਰ ਪੀਸੀਆਰ ਵੀ ਸਾਬਕਾ ਡੀਜੀਪੀ ਦੀ ਕੋਠੀ ਦੇ ਬਾਹਰ ਘੰਟੇ, 1.5-2 ਘੰਟੇ ਬਾਅਦ ਪਹੁੰਚੂਗਾ, ਫਿਰ ਖੋਜ ਦਾ ਵਿਸ਼ਾ ਤਾਂ ਹੈ। ਖੋਜ ਕੀਤਾ ਜਾਣਾ ਤਾਂ ਬਣਦਾ ਵੀ ਇਹ ਕਿਹਨਾਂ ਹਾਲਾਤਾਂ 'ਚ ਸਾਰਾ ਕੁਝ ਵਾਪਰਿਆ। ਔਰ ਸੁਮੇਧ ਸਿੰਘ ਸੈਣੀ ਬਾਅਦ ਦੇ ਵਿੱਚ ਮਿਲੇ ਵੀ ਨਹੀਂ ਗਗਨ। ਦੇਖੋ, ਇਹ ਵੀ ਗੱਲ ਹੈ, ਜਾਂ ਤਾਂ ਹੁੰਦਾ ਨਾ ਕਿ ਪੁਲਿਸ ਨੂੰ ਕਾਮਯਾਬੀ ਹੋ ਜਾਂਦੀ, ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕਰ ਲੈਂਦੇ। ਸੁਮੇਧ ਸਿੰਘ ਸੈਣੀ ਘਰ 'ਚ ਸੀ ਨਹੀਂ, ਉਹ ਮਿਲੇ ਵੀ ਨਹੀਂ, ਔਰ ਵਿਜੀਲੈਂਸ ਬਿਊਰੋ ਨੂੰ ਦੇਰ ਰਾਤ ਖਾਲੀ ਹੱਥ ਮੁੜਨਾ ਪਿਆ। ਹੁਣ ਵਿਜੀਲੈਂਸ ਬਿਊਰੋ ਦੱਸੂਗਾ ਵੀ ਉੱਥੇ ਜਿਹੜੀ ਜਾਂਚ ਹੋਈ ਹੈ, ਉਹਨਾਂ ਦੇ ਘਰ ਦੀ ਤਲਾਸ਼ੀ ਹੋਈ ਹੈ, ਉਹਦੇ 'ਚੋਂ ਕੀ ਕੁਝ ਬਰਾਮਦ ਹੋਇਆ, ਕੀ ਕੋਈ ਕਾਗਜ਼ ਬਰਾਮਦ ਹੋਏ ਨੇ, ਕਿਸ ਤਰ੍ਹਾਂ ਦਾ ਰਿਕਾਰਡ ਹੈ ਉੱਥੋਂ ਬਰਾਮਦ ਹੋਇਆ, ਜਾਂ ਕਮਰੇ ਖਾਲੀ ਸੀ, ਕੁਝ ਵੀ ਬਰਾਮਦ ਨਹੀਂ ਹੋਇਆ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਅੱਜ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਗਗਨ, ਇਹ ਸਾਫ਼ ਹੁੰਦਾ ਚਲਾ ਜਾਊਗਾ। ਔਰ ਅਸੀਂ ਵੀ ਸਾਰਾ ਦਿਨ ਇਸ ਮਸਲੇ ਦੇ ਉੱਤੇ ਲਾਈਵ ਰਿਪੋਰਟਿੰਗ ਹੈ ਜਿਹੜੀ ਲਗਾਤਾਰ ਕਰਦੇ ਰਵਾਂਗੇ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੂਰੀ ਤਰ੍ਹਾਂ ਨਾਲ ਮਿਲਦੀ ਰਹੇ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਸੁਮੇਧ ਸਿੰਘ ਸੈਣੀ ਦਾ ਘਰ ਹੁਣ ਬਹੁਤ ਚਰਚਾਵਾਂ ਦੇ ਵਿੱਚ, ਜੋ ਕੁਝ ਉੱਥੇ ਹੋਏਗਾ ਉਹ ਵੀ ਆਉਣ ਵਾਲੇ ਦਿਨਾਂ 'ਚ ਚਰਚਾ ਜ਼ਰੂਰ ਰਹੇਗੀ। ਪਰ ਡੱਲਾ ਸਾਹਿਬ, ਗੱਲ ਹੁਣ ਆਮ ਆਦਮੀ ਪਾਰਟੀ ਦੀ ਵੀ ਕਰਾਂਗੇ। ਆਮ ਆਦਮੀ ਪਾਰਟੀ ਵੀ ਕੱਲ੍ਹ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੀ ਹੈ। ਇੱਕ ਹੋਰ ਆਗੂ ਨੂੰ ਉਹਨਾਂ ਨੇ ਆਪਣੇ 'ਚ ਜੁਆਇਨ ਕਰਾ ਲਿਆ। ਜਿਸ ਤਰ੍ਹਾਂ ਵੱਖੋ ਵੱਖਰੀਆਂ ਧਿਰਾਂ ਜਿਹੜੀਆਂ ਨੂੰ ਰਵਾਇਤੀ ਪਾਰਟੀਆਂ ਕਿਹਾ ਜਾਂਦਾ, ਉਹਨਾਂ ਦੇ ਵੱਡੇ ਚਿਹਰਿਆਂ ਨੂੰ ਫਿਰ ਆਮ ਆਦਮੀ ਪਾਰਟੀ ਆਪਣੇ 'ਚ ਦਾਖਲ ਕਰਵਾ ਰਹੀ ਹੈ। ਇਹਦਾ ਸਿਆਸੀ ਸੰਕੇਤ ਕਿਸ ਤਰ੍ਹਾਂ ਵੇਖ ਰਹੇ ਹੋ? ਕਿਉਂਕਿ ਕਿਤੇ ਨਾ ਕਿਤੇ ਉਹੀ ਚੀਜ਼ਾਂ ਫਿਰ ਦੁਹਰਾਈਆਂ ਜਾ ਰਹੀਆਂ ਨੇ ਜੋ ਕਿਤੇ 2017 ਦੇ ਵਿੱਚ ਦੁਹਰਾਈਆਂ। ਦੇਖੋ, ਮੈਂ ਵੀ ਇਸ ਗੱਲ ਤੋਂ ਹੈਰਾਨ ਹਾਂ। ਦੇਖੋ, ਅਰਵਿੰਦ ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਬੜੀਆਂ ਉਮੀਦਾਂ ਨੇ। ਨਵਜੋਤ ਸਿੰਘ ਸਿੱਧੂ ਤੋਂ ਵੀ ਬੜੀਆਂ ਉਮੀਦਾਂ ਨੇ। ਨਵਜੋਤ ਸਿੰਘ ਸਿੱਧੂ ਔਰ ਅਰਵਿੰਦ ਕੇਜਰੀਵਾਲ, ਇਹ ਦੋਵੇਂ ਵਿਅਕਤੀ ਸਿਆਸਤ ਦੇ ਵਿੱਚ ਬਦਲਾਅ ਦਾ ਨਾਅਰਾ ਲੈ ਕੇ ਆਏ ਨੇ। ਅਰਵਿੰਦ ਕੇਜਰੀਵਾਲ ਵੀ ਸਿਆਸਤ 'ਚ ਬਦਲਾਅ ਦਾ ਨਾਅਰਾ ਲੈ ਕੇ ਆਏ ਨੇ। ਹੁਣ ਅੱਜ ਗੱਲ ਅਰਵਿੰਦ ਕੇਜਰੀਵਾਲ ਦੀ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵਲੰਟੀਅਰਸ ਕਿਤੇ ਨਾ ਕਿਤੇ ਕਾਫੀ ਨਾਰਾਜ਼ ਨੇ। ਕਿੰਨੇ ਕੁ ਨਾਰਾਜ਼ ਨੇ ਉਹ ਤਾਂ ਆਮ ਆਦਮੀ ਪਾਰਟੀ ਜਾਂ ਵਲੰਟੀਅਰਸ ਦੱਸ ਸਕਦੇ ਨੇ, ਪਰ ਵਿੱਚ ਵਲੰਟੀਅਰਸ ਦੀਆਂ ਗੱਲਾਂ ਆਉਂਦੀਆਂ ਨੇ ਕਿ ਕਾਂਗਰਸ ਔਰ ਅਕਾਲੀ ਦਲ ਦੀਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ, ਉਹਨਾਂ ਨੂੰ ਹੀ ਮੁੜ ਘੁੜ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਇਆ ਜਾਣ ਲੱਗਿਆ ਇਸ ਵਾਰ ਫਿਰ। ਔਰ ਕਈਆਂ ਨੂੰ ਤਾਂ ਹਲਕਾ ਇੰਚਾਰਜ ਵੀ ਲਾਤਾ। ਇਸ ਗੱਲ ਦੀ ਨਾਰਾਜ਼ਗੀ ਆਮ ਆਦਮੀ ਪਾਰਟੀ 'ਚ ਆਈ ਹੈ। ਔਰ ਜਿਹੜੀ ਪਰਸੋਂ ਚੰਡੀਗੜ੍ਹ ਬੈਠਕ ਹੋਈ ਹੈ ਗਗਨ, ਪਰਸੋਂ ਜਿਹੜੀ ਦਿੱਲੀ 'ਚ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਨਾਲ, ਉਹਦੇ 'ਚ ਇਹ ਗੱਲ ਉੱਠੀ ਵੀ ਹੈ
ਕਿ ਅਸੀਂ ਕਿਹੜੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਲ ਕਰਾਈਏ, ਕਿਹਨਾਂ ਨੂੰ ਨਾ ਕਰਾਈਏ। ਸੋ ਅਗਰ ਕੋਈ ਲੀਡਰ ਸ਼ਾਮਲ ਕਰਾਉਣੇ ਨੇ ਤੇ ਬਹੁਤ ਸੋਚ ਸਮਝ ਕੇ ਆਮ ਆਦਮੀ ਪਾਰਟੀ ਨੂੰ ਕਰਾਉਣੇ ਪੈਣੇ ਨੇ। ਅਗਰ 2017 ਦੀ ਤਰ੍ਹਾਂ ਗਗਨ ਆਮ ਆਦਮੀ ਪਾਰਟੀ ਨੇ ਇਹ ਪਰੰਪਰਾ ਨੂੰ ਵਧਾ ਲਿਆ ਕਿ ਜ਼ਿਆਦਾਤਰ ਲੀਡਰ ਦੂਜੀਆਂ ਪਾਰਟੀਆਂ ਤੋਂ ਲੈ ਲਏ ਤੇ ਵਲੰਟੀਅਰਸ ਨੂੰ ਟਿਕਟਾਂ ਨਾ ਦਿੱਤੀਆਂ, ਵਲੰਟੀਅਰਸ ਅੱਖੋਂ ਪਰੋਖੇ ਹੋ ਗਏ, ਉਹਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਮਾਲ ਵਿੱਚ ਇੱਕ ਲਹਿਰ ਬਣ ਰਹੀ ਹੈ ਉਹਦੇ ਟੁੱਟਣ ਦਾ ਖਤਰਾ ਪੈਦਾ ਹੋ ਸਕਦਾ ਹੈ। ਹਾਲਾਂਕਿ ਮਾਝੇ ਤੇ ਦੁਆਬੇ 'ਚ ਤਾਂ ਆਮ ਆਦਮੀ ਪਾਰਟੀ ਨੂੰ ਬਹੁਤ ਕੰਮ ਕਰਨ ਦੀ ਲੋੜ ਹੈ, ਜਾਂ ਇਹ ਫਾਰਮੂਲਾ ਕੱਢ ਸਕਦੀ ਆਮ ਆਦਮੀ ਪਾਰਟੀ ਕਿ ਜਿੱਥੇ ਉਹਨਾਂ ਦੀ ਜ਼ਿਆਦਾ ਸਰਗਰਮੀ ਨਹੀਂ ਹੈ ਮਾਝੇ ਤੇ ਦੁਆਬੇ 'ਚ, ਉੱਥੇ ਵਲੰਟੀਅਰਸ ਦੀ ਡਿਊਟੀ ਲਾਉਣ ਕਿ ਵਲੰਟੀਅਰਸ ਹੀ ਦੂਜੀਆਂ ਪਾਰਟੀਆਂ ਦੇ ਚੰਗੇ ਵਰਕਰ ਤੇ ਕਾਰਜਕਰਤਾ ਲੱਭ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਉਣ। ਕਿਉਂਕਿ ਅਗਰ ਦੂਜੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਕਰਾਉਣਗੇ ਆਮ ਆਦਮੀ ਪਾਰਟੀ ਵਾਲੇ ਗਗਨ, ਫਿਰ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਦੀ ਸ਼੍ਰੇਣੀ 'ਚ ਆ ਜਾਏਗੀ ਜਿਵੇਂ ਦੂਸਰੀਆਂ ਪਾਰਟੀਆਂ ਨੇ। ਫਿਰ ਅਕਾਲੀ, ਬੀਜੇਪੀ, ਕਾਂਗਰਸ ਵਾਂਗ ਆਮ ਆਦਮੀ ਪਾਰਟੀ 'ਚ ਵੀ ਕੋਈ ਫਰਕ ਨਹੀਂ, ਫਿਰ ਇਹ ਸਾਰੀਆਂ ਪਾਰਟੀਆਂ ਇੱਕੋ ਰੰਗ ਰੂਪ ਤੋਂ ਲੱਗਣਗੀਆਂ। ਹਾਂ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਇਹਨਾਂ ਦੀ ਇਮਾਨਦਾਰ ਲੀਡਰਸ਼ਿਪ ਹੈ, ਉਹ ਠੀਕ ਹੈ ਕਿ ਇਹ ਬਹੁਤ ਇਮਾਨਦਾਰ ਲੀਡਰਸ਼ਿਪ ਦੋਨਾਂ ਦੀ ਹੈਗੀ ਹੈ, ਪਰ ਬਹੁਤ ਸੋਚ ਵਿਚਾਰ ਕੇ ਗਗਨ ਆਮ ਆਦਮੀ ਪਾਰਟੀ ਨੂੰ ਫੈਸਲੇ ਕਰਨੇ ਪੈਣਗੇ। ਦੂਜੇ ਪਾਸੇ ਪੰਜਾਬ 'ਚ ਵੱਖ-ਵੱਖ ਮਸਲਿਆਂ ਦੇ ਉੱਤੇ ਵੀ ਸਿਆਸਤ ਬੁਲੰਦ ਹੈ, ਔਰ ਭਾਵੇਂ ਆਮ ਆਦਮੀ ਪਾਰਟੀ ਦੇ ਲੀਡਰ ਨੇ, ਭਾਵੇਂ ਦੂਸਰੀਆਂ ਪਾਰਟੀਆਂ ਦੇ ਲੀਡਰ ਨੇ, ਭਾਵੇਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਪੰਜਾਬ 'ਚ ਗਗਨ ਇਸ ਵਕਤ ਇਲਜ਼ਾਮ ਤਰਾਸ਼ੀਆਂ ਦਾ ਦੌਰ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਹੈ। ਅਕਾਲੀ ਦਲ ਵੱਲੋਂ ਵੀ ਇਲਜ਼ਾਮ ਲੱਗ ਰਹੇ ਨੇ ਕਾਂਗਰਸ ਤੇ, ਸਿੱਧੂ ਤੇ, ਬੀਜੇਪੀ ਤੇ, ਔਰ ਬੀਜੇਪੀ ਵੱਲੋਂ ਬੀਜੇਪੀ ਲੀਡਰ ਸਾਰਿਆਂ ਤੇ ਇਲਜ਼ਾਮ ਲਾ ਰਹੇ ਨੇ। ਆਮ ਆਦਮੀ ਪਾਰਟੀ ਦੇ ਲੀਡਰ ਵੀ ਕਈ ਮਸਲਿਆਂ ਤੇ ਸਵਾਲ ਖੜੇ ਕਰ ਰਹੇ ਨੇ। ਸੋ ਕੱਲ੍ਹ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਸਾਰਾ ਦਿਨ ਸਿਆਸੀ ਤੌਰ ਤੇ ਮਾਹੌਲ ਪੂਰਾ ਜਿਹੜਾ ਹੈ ਉਹ ਇਲਜ਼ਾਮਬਾਜ਼ੀਆਂ ਦਾ ਰਿਹਾ। ਸੋ ਇੱਥੇ ਮੈਂ ਚਾਹੂੰਗਾ ਕਿ ਕੁਝ ਪੋਲੀਟੀਕਲ ਰਿਐਕਸ਼ਨ ਜ਼ਰੂਰ ਸੁਣਾ ਦਿਓ ਕਿ ਕੱਲ੍ਹ ਕਿਹੜੇ ਮੁੱਖ ਵਿਸ਼ੇ ਰਹੇ ਨੇ ਜਿਨ੍ਹਾਂ ਤੇ ਸਾਡੀ ਸਿਆਸਤ ਘੁੰਮੀ ਹੈ। 84.6% ਵਾਅਦੇ ਪੂਰੇ ਕਰਨ ਦਾ ਇਸ਼ਤਿਹਾਰ ਵੀ ਦੇ ਚੁੱਕੇ ਆ, ਕਰੋੜਾਂ ਰੁਪਏ ਖਰਚ ਕੀਤੇ। ਪਰ ਅਫਸੋਸ ਇਹ ਹੈ ਕਿ ਨਾ ਉਹਨਾਂ ਦੇ ਐਮਐਲਏ ਨੇ ਮੰਨਿਆ ਤੇ ਨਾ ਉਹਨਾਂ ਦੀ ਹਾਈ ਕਮਾਂਡ ਨੇ ਮੰਨਿਆ। ਇਸ ਕਰਕੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਡਾਊਨ ਕਰਨ ਵਾਸਤੇ ਐਡਾ ਵੱਡਾ ਜਿਹੜਾ ਉਪਰਾਲਾ ਕੀਤਾ, ਉਹ ਉਹਨਾਂ ਨੂੰ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਕਿਉਂ ਨਹੀਂ ਕਰ ਸਕੇ। ਪੰਜਾਬ ਦੀ ਜਨਤਾ ਨੂੰ ਤਾਂ ਪਤਾ ਵੀ ਇਹ ਝੂਠ ਹੈ, ਅਸੀਂ ਤਾਂ ਪਹਿਲੇ ਕਹਿ ਦਿੱਤਾ ਸੀ ਵੀ ਇਹ 100% ਝੂਠ ਆ। ਪਰ ਚਲੋ ਸਾਨੂੰ ਤਾਂ ਕੀ ਕਨਵਿੰਸ ਕਰਨਾ ਸੀ, ਪੰਜਾਬ ਦੀ ਜਨਤਾ ਨੂੰ ਕੀ ਕਨਵਿੰਸ ਕਰਨਾ ਸੀ, ਉਹਨਾਂ ਦੀ ਹਾਈ ਕਮਾਂਡ ਹੀ ਕਨਵਿੰਸ ਨਹੀਂ ਹੋਈ। ਇਸ ਕਰਕੇ ਹੁਣ ਇਹ ਗੱਲਾਂ ਪਬਲਿਕ 'ਚ ਮੁੱਖ ਮੰਤਰੀ ਸਾਹਿਬ ਨੂੰ ਕਹਿਣੀਆਂ ਨਹੀਂ ਚਾਹੀਦੀਆਂ ਕਿਉਂਕਿ ਉਚਿਤ ਨਹੀਂ ਹੈ। ਉਹ ਇਸ ਗੱਲ ਦੇ ਉੱਤੇ ਆਪਣੀ ਪਾਰਟੀ ਦੇ ਅੰਦਰ ਉਹਨਾਂ ਦੀ ਕਹਿ ਚੁੱਕੇ ਆ ਐਮਐਲਏ ਕਿ ਅਸੀਂ ਪਿੰਡਾਂ ਦੇ ਵਿੱਚ ਵੜਨ ਜੋਗੇ ਨਹੀਂ ਹੈਗੇ। ਉਹਦੇ ਕਰਕੇ ਉਹਨਾਂ ਨੇ ਕਾਂਗਰਸ ਦਾ ਨਵਾਂ ਪ੍ਰਧਾਨ ਬਦਲ ਕੇ ਇੱਕ ਚਿਹਰਾ ਛਪਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਦੂਜਾ ਚਿਹਰਾ ਲੋਕਾਂ ਦੇ ਅੱਗੇ ਲਿਆ ਕੇ ਲੋਕਾਂ ਨੂੰ ਫਿਰ ਗੁੰਮਰਾਹ ਕੀਤਾ ਜਾ ਸਕੇ। ਪਰ ਇਹ ਹੋਣਾ ਨਹੀਂ। ਸਾਰੀ ਕਾਂਗਰਸ ਇਸ ਪੰਜਾਬ ਦੇ ਵਿੱਚ ਜੋ ਦੁਰਦਸ਼ਾ ਹੋ ਰਹੀ ਆ ਇਹਦੇ ਵਾਸਤੇ ਸਾਰੀ कांग्रेस जिम्मेवार है। क्यों? वजह सीधी सीधी है कि भारतीय जनता पार्टी को किसानों से नफरत है। यही कारण है कि 8 महीने से किसान बॉर्डर के ऊपर बैठा हुआ है, सरकार बातचीत करने के लिए तैयार नहीं। संसद में मानसून सत्र में पहले दिन से हम ये कह रहे हैं कि भाई किसानों के तीनों काले कानून रद्द करने पे आप चर्चा करें, आप जासूसी कांड पे चर्चा करें, आप एमएसपी देने का कानून बनाने पे चर्चा करें। सरकार चर्चा के लिए तैयार नहीं। आज मैंने सदन में जब चर्चा शुरू की तो सभापति महोदय ने मेरे कैमरे बंद करा दिए, माइक बंद करा दिए, जितनी भी आवाज़ को दबा लें, परंतु आम आदमी पार्टी किसानों के साथ थी, है और रहेगी। ये आवाज़ ऐसे ही उठती रहेगी जब तक देश की 65% जनता के साथ ये अत्याचार भारतीय जनता पार्टी की सरकार करती रहेगी। समस्या हल करनी है तो जब कैप्टन अमरिंदर पंजाब से चल के अमित शाह से मिल के जाता है तो किसानों से मिलना चाहिए। किसानों की अगर हमदर्दी बनना है, किसानों के लिए बातचीत करनी है तो किसानों के लिए असरत में काम करना होगा। अगर अमित शाह के इशारे पे पंजाब के मुख्यमंत्री को काम करना है तो फिर कैसे चलेगा? फिर तो इस ब्रेकफास्ट बेमानी है। ऐसा है, मैं सब नालों पहला तो अज बड़ा पवित्र दिहाड़ा है। 8वें सतगुरु श्री गुरु हरकृष्ण साहिब जी बाला प्रीतम जी के अज प्रकाश पर्व का गुरपुरब है। मैं पहले तो सब नालों सारिਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਦਿੰਦਾ। ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ ਦਾ ਅੱਜ ਪ੍ਰਕਾਸ਼ ਉਤਸਵ। ਮੈਂ ਸਮੂਹ ਹਿੰਦੁਸਤਾਨੀਆਂ ਨੂੰ
ਸਿੱਖਾਂ ਨੂੰ ਵਧਾਈ ਦਿੰਦੀ ਹਾਂ। ਦੂਜਾ ਮੈਂ ਧੰਨਵਾਦ ਕਰਦੀ ਹਾਂ ਗੁਰਜੰਟ ਸਿੰਘ ਸ਼ੇਖਾਵਤ ਜੀ ਦਾ, ਯੂਨੀਅਨ ਮਿਨਿਸਟਰ ਜੀ ਦਾ, BL ਸੰਤੋਸ਼ ਜੀ ਦਾ, ਦਿਸ਼ੰਤ ਗੌਤਮ ਜੀ ਦਾ ਔਰ ਤਰਨ ਚੁਗ ਜੀ ਦਾ, ਜਿਨ੍ਹਾਂ ਨੇ ਮੈਨੂੰ ਇੰਸਪਾਇਰ ਕੀਤਾ ਔਰ ਮੈਨੂੰ ਇੱਥੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਮੈਂ ਪੰਜਾਬ ਦੀ ਸੇਵਾ ਕੀਤੀ ਹੈ, ਮੇਰੇ ਪਿਤਾ ਨੇ ਪੰਜਾਬ ਦੀ ਸੇਵਾ ਕੀਤੀ ਹੈ ਔਰ ਮੈਂ ਇੱਕ NGO ਵੀ ਚਲਾ ਰਹੀ ਸੀ, ਹੁਣੇ ਚਲਾ ਰਹੀ ਹਾਂ। ਤਾਂ ਆਪਣੀ ਉਸ ਸੇਵਾ ਨੂੰ ਬਰਕਰਾਰ ਰੱਖਣ ਲਈ ਹੀ मैं BJP भारतीय जनता पार्टी ज्वाइन की है। देखिए ये मैं नहीं कहता ये बिल कोई पंजाब के लिए नहीं आया है, ये पूरे देश के लिए बिल आया है, खाली पंजाब के लिए नहीं है। पंजाब में क्यों है? ये प्रायोजित है सारा का सारा, आप देख रहे हैं। हमने MSP में सबसे ज़्यादा कीमत पे वो खरीदे, खाद्यान्न खरीदे, हमने सबसे ज़्यादा खरीदे और सबसे ज़्यादा कीमतों पे खरीदे हैं। किसान खुश है, किसान क्रेडिट कार्ड हमने दिया है, सोल हेल्थ कार्ड दिया है हमने, सम्मान निधि दी है हमने किसानों को, और आज किसान वहाँ पे खुशहाल की ओर बढ़ रहा है। जो बैठे हैं इन्होंने साफ साफ कह दिया है कि हम चुनाव तक हैं, इनके मन में चुनावी भावना है और चुनाव में जनता इनको जवाब भी देगी। देखिएगा किसानों का जो उल्टी सीधी बातें हैं, खरीदो महंगा, तेल सस्ता चाहिए, अनाज महंगा खरीदो, अनाज सस्ता चाहिए, ये चीज़ें दोहरी चीज़ें नहीं चलनी चाहिए। देश को अपना मानना चाहिए, किसान को अपना मानना चाहिए, मजदूर को अपना मानना चाहिए, और जब पंजाब के अंदर शांति को भी अपना मानना चाहिए। ਢਿੱਲੋਂ ਸਾਹਿਬ, ਕੱਲ੍ਹ ਦੇ ਦਿਨ ਦੀ ਸਿਆਸਤ ਦੇ ਵਿੱਚ ਇੱਕ ਗੱਲ ਬੜੀ ਚਰਚਾ ਦੇ ਵਿੱਚ ਰਹੀ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਦੀ ਧੀ BJP ਦੇ ਵਿੱਚ ਜਾ ਚੁੱਕੇ ਨੇ ਤੇ ਕਮਲ ਦਾ ਫੁੱਲ ਉਹਨਾਂ ਨੇ ਵੀ ਕਹਿੰਦੇ BJP ਦਾ ਚੁੱਕਿਆ, ਤੇ ਰਾਮੂਵਾਲੀਆ ਸਾਹਿਬ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ, ਉਹ ਕਹਿੰਦੇ ਕਿ ਮੇਰਾ ਅੱਜ ਤੋਂ ਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ। ਇਹ ਇਸ ਤਰ੍ਹਾਂ ਦੀ ਸਿਆਸਤ ਦਾ ਜਿਹੜਾ ਦੌਰ ਤੁਰ ਰਿਹਾ ਹੈ, ਇਸ ਦੌਰ ਨੂੰ ਕਿੱਦਾਂ ਵੇਖ ਰਹੇ ਹੋ ਜਿੱਥੇ ਰਿਸ਼ਤੇ ਨਾਤੇ ਟੁੱਟਦੇ ਨਜ਼ਰ ਆਉਂਦੇ? ਨਹੀਂ, ਦੇਖੋ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਮਾਂ ਧੀ ਦਾ ਰਿਸ਼ਤਾ ਹੁੰਦਾ ਹੈ ਜਾਂ ਬਾਪ ਧੀ ਦਾ ਰਿਸ਼ਤਾ ਹੁੰਦਾ ਉਹ ਕਦੀ ਟੁੱਟ ਨਹੀਂ ਸਕਦਾ। ਇਹ ਸਿਆਸੀ ਲੀਡਰ ਕਹਿ ਜ਼ਰੂਰ ਦਿੰਦੇ ਨੇ ਵੀ ਮੇਰਾ ਹੁਣ ਕੋਈ ਰਿਸ਼ਤਾ ਨਹੀਂ ਰਿਹਾ, ਇਹ ਰਿਸ਼ਤੇ ਇੰਜ ਖਤਮ ਨਹੀਂ ਹੋਇਆ ਕਰਦੇ, ਪਰ ਕਿਉਂਕਿ ਇਹ ਸਾਰੇ ਲੋਕ ਸਿਆਸਤ 'ਚ ਹੈ। ਹੁਣ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਨੇ ਆਪਣਾ ਵੱਖਰਾ ਜਿਹੜਾ ਰਾਹ ਹੈ ਅਖਤਿਆਰ ਕੀਤਾ। ਦੇਖੋ ਉਹਨਾਂ ਨੇ ਵੀ ਪਿਛਲੇ ਸਮੇਂ 'ਚ ਸਮਾਜ ਸੇਵਾ 'ਚ ਭੂਮਿਕਾ ਤਾਂ ਅਦਾ ਕੀਤੀ ਹੈ। ਪਹਿਲਾਂ ਉਹ ਅਕਾਲੀ ਦਲ ਨਾਲ ਵੀ ਜੁੜੇ ਰਹੇ ਨੇ। ਸਰਗਰਮੀ ਤਾਂ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਦੀ ਰਹੀ ਹੈ, ਸਿਆਸੀ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ। ਹੁਣ ਉਹਨਾਂ ਨੇ BJP ਚੁਣ ਲਈ, ਉਹਨਾਂ ਦਾ ਫੈਸਲਾ ਹੈ। ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਜਾਣਗੇ ਜਿਨ੍ਹਾਂ ਨੂੰ ਲੱਗੂਗਾ ਕਿ ਸਾਨੂੰ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਸਿਆਸੀ ਤੌਰ 'ਤੇ ਕੁਝ ਕਰਨ ਦਾ ਮੌਕਾ ਮਿਲ ਸਕਦਾ ਹੈ। ਔਰ ਦੂਜੇ ਪਾਸੇ BJP ਨੂੰ ਵੀ, ਗਗਨ 117 ਸੀਟਾਂ BJP ਨੇ ਲੜਨੀਆਂ, BJP ਨੂੰ ਵੀ ਪੰਜਾਬ 'ਚ ਚੰਗੇ ਚੰਗੇ ਚਿਹਰੇ ਚਾਹੀਦੇ ਨੇ। ਸੋ BJP ਵੀ ਹੁਣ ਉਮੀਦਵਾਰਾਂ ਦੀ ਤਲਾਸ਼ 'ਚ ਹੈ। ਗਗਨ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਜਦੋਂ ਪੋਲੀਟੀਕਲ ਪਾਰਟੀਆਂ ਤਾਂ ਹੈਗੀਆਂ, ਉਹਨਾਂ ਕੋਲੇ ਜੇਤੂ ਉਮੀਦਵਾਰ ਨਹੀਂ ਹੈ। ਪੋਲੀਟੀਕਲ ਪਾਰਟੀਆਂ ਕੋਲੇ ਮੁੱਖ ਮੰਤਰੀਆਂ ਦੇ ਚਿਹਰੇ ਨਹੀਂ ਹੈ, ਜੇਤੂ ਉਮੀਦਵਾਰ ਨਹੀਂ ਹੈ। ਔਰ ਹਰ ਪੋਲੀਟੀਕਲ ਪਾਰਟੀ ਦੀ ਕੋਸ਼ਿਸ਼ ਹੈ ਕਿ ਦੂਜੀ ਪੋਲੀਟੀਕਲ ਪਾਰਟੀ 'ਚੋਂ ਕੋਈ ਲੀਡਰ ਸਾਡੇ 'ਚ ਆ ਜਾਏ, ਕੋਈ NGO ਵਾਲਾ ਆ ਜਾਏ, ਕੋਈ ਪੱਤਰਕਾਰ ਆ ਜਾਏ, ਕੋਈ ਖਿਡਾਰੀ ਆ ਜਾਏ, ਕੋਈ ਸਮਾਜ ਸੇਵੀ ਆ ਜਾਏ। ਔਰ ਮੈਂ ਤਾਂ ਗਗਨ, ਮੈਨੂੰ ਤਾਂ ਇੱਥੋਂ ਤੱਕ ਡਰ ਹੈ, ਅੱਜ ਸਾਡੀ ਹਾਕੀ ਟੀਮ ਅਗਰ 골ਡ ਮੈਡਲ ਜਿੱਤ ਗਈ, ਅੱਜ ਸਾਡੀ ਬੱਚੀ ਕਮਲਪ੍ਰੀਤ ਕੌਰ 6ਵੇਂ ਥਾਂ 'ਤੇ ਭਾਵੇਂ ਰਹੀ ਹੈ ਪਰ ਉਹਨੇ ਦਿਲ ਸਾਰਿਆਂ ਦਾ ਜਿੱਤ ਲਿਆ। ਮੈਨੂੰ ਤਾਂ ਇਹ ਵੀ ਲੱਗਦਾ ਵੀ ਉਹਨੂੰ ਹੀ ਨਾ ਕਿਤੇ ਸੱਦੇ ਲੱਗਣ ਲੱਗ ਜਾਣ ਵੀ ਬੀਬੀ ਕਮਲਪ੍ਰੀਤ ਕੌਰ ਅਗਰ ਸਾਡੀ ਪਾਰਟੀ 'ਚ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਉਮੀਦਵਾਰ ਬਣਾਵਾਂਗੇ। ਇੱਥੋਂ ਤੱਕ ਪੋਲੀਟੀਕਲ ਪਾਰਟੀਆਂ ਜਾਣਗੀਆਂ। ਉਸ ਬੱਚੀ ਦਾ ਹਜੇ ਬਹੁਤ ਖੇਡ ਦਾ ਕੈਰੀਅਰ ਹੈ। ਚਾਹੀਦਾ ਤਾਂ ਇਹ ਹੈ ਕਿ ਹੁਣ ਵੀ ਪੰਜਾਬ ਦੀ ਸਰਕਾਰ ਉਹਨੂੰ ਘੱਟੋ ਘੱਟ 1 ਕਰੋੜ ਰੁਪਈਆ ਦੇਵੇ। ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਵਧਾਈ ਦਿੱਤੀ ਸੀ ਫੋਨ 'ਤੇ ਵੀ ਸਾਡੇ ਲੰਬੀ ਦੀ ਇਹ ਧੀ ਹੈ, ਤੇ ਖਾਲੀ ਮੁਬਾਰਕਬਾਦ ਨਾਲ ਨਾ ਸੁਖਬੀਰ ਬਾਦਲ ਜੀ ਸਾਰੋ, ਹੁਣ ਅਕਾਲੀ ਦਲ ਵੱਲੋਂ ਵੀ ਉਸ ਧੀ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇ ਤਾਂ ਕਿ ਉਹਦੇ ਕੋਲੇ ਅੰਤਰਰਾਸ਼ਟਰੀ ਪੱਧਰ ਦੇ ਸਾਧਨ ਹੋਣ ਪ੍ਰੈਕਟਿਸ ਕਰਨ ਦੇ, ਕੋਈ ਕੋਚ ਹਾਇਰ ਕਰ ਸਕੇ, ਉਹ ਖਿਡਾਰੀ ਕੋਈ ਬਾਹਰ ਜਾ ਕੇ ਕੋਚਿੰਗ ਲੈ ਸਕੇ। ਸੋ ਲੰਬੀ ਦੀ ਧੀ ਹੋਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਘੱਟੋ ਘੱਟ 1 ਕਰੋੜ ਰੁਪਈਏ ਦਾ ਚੈੱਕ ਦਿੱਤਾ ਜਾਵੇ ਅਕਾਲੀ ਦਲ ਵੱਲੋਂ, ਤੇ ਪੰਜਾਬ ਸਰਕਾਰ ਵੀ 1 ਕਰੋੜ ਰੁਪਈਆ ਦੇਵੇ ਅਜਿਹੇ ਖਿਡਾਰੀ ਨੂੰ, ਜਿਹੜੇ ਖਿਡਾਰੀ ਐਨ ਜਿੱਤ ਦੀ ਦਹਲੀਜ਼ 'ਤੇ ਆ ਕੇ ਜਿਨ੍ਹਾਂ ਨੇ ਪੂਰਾ ਯਤਨ ਮਾਰਿਆ। ਔਰ ਕਮੀ ਕਿੱਥੇ ਰਹੀ ਗਗਨ? ਮੈਨੂੰ ਲੱਗਦਾ ਸਹੂਲਤਾਂ ਦੀ, ਕਿਉਂਕਿ ਅਮਰੀਕਾ ਔਰ ਦੂਜੇ ਮੁਲਕਾਂ ਵਾਲਿਆਂ ਨੂੰ ਸਹੂਲਤਾਂ ਜ਼ਿਆਦਾ ਨੇ, ਸਾਡਿਆਂ ਨੂੰ ਸਹੂਲਤਾਂ ਘੱਟ ਹੈ। ਚਲੋ ਗੱਲ ਰਾਮੂਵਾਲੀਆ ਦੀ ਧੀ ਤੋਂ ਸ਼ੁਰੂ ਹੋਈ ਸੀ। ਸੋ ਹੁਣ BJP ਨੂੰ ਵੀ 117 ਉਮੀਦਵਾਰ ਚਾਹੀਦੇ ਨੇ ਔਰ ਦੂਜੀਆਂ ਪਾਰਟੀਆਂ ਨੂੰ ਵੀ ਚਾਹੀਦੇ ਨੇ। ਹੁਣ ਰਾਮੂਵਾਲੀਆ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਕੱਲ੍ਹ ਆਪਣੀ ਗੱਲ ਆਖੀ ਹੈ, ਪਰ ਮੈਨੂੰ ਇਹ ਲੱਗਦਾ ਕਿ ਇਹ ਸਿਆਸਤ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਭਰਾ ਇੱਕ ਵਾਰ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਚੱਲ ਗਏ ਸੀ। ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਹੈ,
ਉਹ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆ ਗਿਆ, ਮਨਪ੍ਰੀਤ ਬਾਦਲ। ਸੋ ਇਹ ਸਿਆਸਤ ਹੈ, ਇਹ ਸਿਆਸਤ ਹੈ। ਸਿਆਸਤ ਦੇ ਵਿੱਚ ਸਾਰੇ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਆਪਣੀ ਸੋਚ ਦੇ ਹਿਸਾਬ ਨਾਲ ਫੈਸਲੇ ਕਰਦੇ ਨੇ। ਸੋ ਬਹੁਤ ਸਾਰੇ ਲੋਕ ਆਉਂਦੇ ਦਿਨਾਂ 'ਚ ਹੋਰ ਵੀ ਗਗਨ ਬੀਜੇਪੀ 'ਚ ਜਾਣਗੇ। ਇਹ ਨਹੀਂ ਵੀ ਇਕੱਲੀ ਰਾਮੂ ਵਾਲੀ ਦੀ ਧੀ ਚਲੀ ਗਈ, ਹੋਰ ਵੀ ਕਈ ਲੋਕ ਸ਼ਾਮਲ ਹੋਏ ਨੇ, ਆਉਂਦੇ ਦਿਨਾਂ 'ਚ ਵੀ ਹੋਣਗੇ। ਦੇਖੋ ਆਪ 'ਚ ਵੀ ਜਾਣਗੇ ਸਾਰੇ ਲੋਕ, ਜਿਨ੍ਹਾਂ ਨੂੰ ਲੱਗੂਗਾ ਕਿ ਸਾਡੇ ਲਈ ਉਹ ਪਾਰਟੀ ਠੀਕ ਹੈ, ਲੋਕਾਂ ਨੇ ਉੱਧਰ ਚਲੇ ਜਾਣਾ। ਬਿਲਕੁਲ। ਸੋ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਹੁਣ ਇੱਕ ਦੂਜੇ ਦੇ ਖੇਮਿਆਂ ਦੇ ਵਿੱਚੋਂ ਬੰਦੇ ਕੱਢਣ ਦੀ ਪ੍ਰਕਿਰਿਆ ਚੱਲਣੀ ਹੈ, ਕਿਉਂਕਿ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਤੇ ਇਸ ਦਰਮਿਆਨ ਇੱਕ ਦੂਜੇ ਦੇ ਜੇਤੂ ਉਮੀਦਵਾਰ ਪੱਟਣ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਚੱਲ ਰਹੀਆਂ ਨੇ। ਸੋ ਡੱਲਾ ਸਾਹਿਬ, ਇਸ ਦੇ ਨਾਲ ਹੀ ਪਾਰਲੀਮੈਂਟ ਦੇ ਵੱਲ ਵੀ ਵਧਾਂਗੇ। ਇੱਕ ਪਾਸੇ ਕਿਸਾਨਾਂ ਦੀ ਪਾਰਲੀਮੈਂਟ ਚੱਲ ਰਹੀ ਹੈ, ਕਿਸਾਨ ਆਪਣੀ ਸੰਸਦ ਲਾਉਂਦੇ ਨੇ, ਦੂਜੇ ਪਾਸੇ ਦੇਸ਼ ਦੀ ਪਾਰਲੀਮੈਂਟ ਚੱਲ ਰਹੀ ਹੈ। ਉਸ ਦੇ ਵਿੱਚ ਕਹਿੰਦੇ ਹੰਗਾਮਾ ਹੀ ਹੁੰਦਾ, ਪਰ ਕਿਸਾਨਾਂ ਵਾਲੀ ਦੇ ਵਿੱਚ ਫਿਰ ਜਿਹੜੀ ਚਰਚਾ ਹੁੰਦੀ ਹੈ, ਕੱਲ ਬਿਜਲੀ ਬਿੱਲਾਂ ਦੇ ਉੱਤੇ, ਜਿਹੜੇ ਬਿਜਲੀ ਸੋਧ ਬਿੱਲ ਨੇ ਉਸ ਦੇ ਉੱਤੇ ਚਰਚਾ ਜਿਹੜੀ ਕਿਸਾਨਾਂ ਦੀ ਸੰਸਦ 'ਚ ਹੋਈ ਹੈ, ਪਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੰਗਾਮੇ ਦੇ ਚੱਲਦੇ ਉਹਨੂੰ ਫਿਰ ਕਹਿੰਦੇ ਬੰਦ ਕਰ ਦਿੱਤਾ ਗਿਆ ਤੇ ਅਗਲੇ ਦਿਨ ਤੇ ਕਾਰਵਾਈ ਪਾ ਦਿੱਤੀ ਗਈ। ਬਿਲਕੁਲ ਜੀ। ਦੇਖੋ ਮੈਂ ਤਾਂ ਗਗਨ ਇਹ ਕਈ ਦਿਨਾਂ ਦਾ ਸੁਝਾ ਰਿਹਾ ਕਿ ਠੀਕ ਹੈ, ਕਿਸਾਨ ਸੰਸਦ ਚੱਲ ਰਹੀ ਹੈ, ਸਾਰੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਮੇਰੀ ਸੋਚ ਵੱਖਰੀ ਹੈ। ਮੇਰਾ ਇਹ ਮੰਨਣਾ ਕਿ ਪੰਜਾਬ ਨਾਲ ਜੁੜੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਅਗਰ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ, ਅਗਰ JPC ਨਹੀਂ ਬਣ ਰਹੀ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਜਿਹੜੀ JPC ਹੁੰਦੀ ਹੈ ਗਗਨ, ਉਹ ਵੱਡੇ ਵੱਡੇ ਮਾਮਲਿਆਂ ਦੀ ਜਾਂਚ ਕਰਦੀ ਹੈ। JPC ਦੇ ਵਿੱਚ, ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਸੀਨੀਅਰ MP ਨੇ ਉਹਨਾਂ 'ਤੇ ਆਧਾਰਿਤ ਇੱਕ ਕਮੇਟੀ ਬਣਦੀ ਹੈ। ਫਿਰ ਉਹ ਕਿਸੇ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਦੇਖੋ ਜਿਹੜਾ ਸੰਵਿਧਾਨ ਕਹਿੰਦਾ ਨਾ, ਜਿਹੜੀ JPC ਹੈ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ ਕਿਸੇ ਮਾਮਲੇ ਦੇ ਵਿੱਚ। ਸੋ ਇਸ ਕਰਕੇ ਜਦੋਂ JPC ਦੀ ਮੰਗ ਹੀ ਨਹੀਂ ਸੁਣੀ ਜਾ ਰਹੀ ਮੈਂਬਰ ਪਾਰਲੀਮੈਂਟਾਂ ਦੀ, ਮੈਨੂੰ ਲੱਗਦਾ ਪੰਜਾਬ ਨਾਲ ਜੁੜੇ ਹੋਏ ਮੈਂਬਰ ਪਾਰਲੀਮੈਂਟਾਂ ਨੂੰ, ਕਾਂਗਰਸ ਦੇ, ਅਕਾਲੀ ਦਲ ਦੇ ਔਰ ਹੋਰ ਪਾਰਟੀਆਂ ਦੇ, ਹਰਿਆਣੇ 'ਚ ਵੀ ਕਾਂਗਰਸ ਦੇ ਔਰ ਵਿਰੋਧੀ ਧਿਰਾਂ ਦੇ, UP 'ਚ ਵੀ ਕਾਂਗਰਸ ਦੇ ਔਰ ਵਿਰੋਧੀ ਧਿਰਾਂ ਦੇ, ਜਿਹੜੇ ਕਿਸਾਨ ਦੇ ਹੱਕ 'ਚ ਹੋਣ ਦਾ ਦਾਅਵਾ ਕਰਦੇ ਨੇ, ਸਮੇਤ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਔਰ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ, ਇਹਨਾਂ ਸਾਰਿਆਂ ਨੂੰ ਹੀ ਰਾਜ ਸਭਾ ਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ, ਤਾਂ ਕਿ ਘੱਟੋ ਘੱਟ ਕਿਸਾਨਾਂ ਨੂੰ ਇਹ ਸੁਨੇਹਾ ਜਾਵੇ ਕਿ ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਰਾਜ ਸਭਾ ਮੈਂਬਰ, ਇਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਲਿਆ, ਇਹ ਬੇਬਸ ਨੇ ਤੇ ਇਹ ਅਸਤੀਫਾ ਦੇ ਗਏ ਪਾਰਲੀਮੈਂਟ 'ਚੋਂ ਤੇ ਰਾਜ ਸਭਾ ਦੇ ਵਿੱਚੋਂ। ਤਾਂ ਜਿਹੜਾ ਸੁਨੇਹਾ ਜਿਹੜਾ ਦੇਸ਼ ਦੀ ਸਰਕਾਰ ਨੂੰ ਜਾਊਗਾ। ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਹਰ ਰੋਜ਼ ਇਹ ਇੱਕ ਈਵੈਂਟ ਹੈ ਕਿ ਅੱਜ ਆਪਾਂ ਇਸ ਰੂਪ 'ਚ ਪ੍ਰੋਟੈਸਟ ਕਰੋ, ਅੱਜ ਇਸ ਰੂਪ 'ਚ ਪ੍ਰੋਟੈਸਟ ਕਰੋ, ਅੱਜ ਇਸ ਰੂਪ 'ਚ ਪ੍ਰੋਟੈਸਟ ਕਰੋ। ਪ੍ਰੋਟੈਸਟ ਤਾਂ ਕਿਸਾਨ ਵੀ ਕਰ ਰਹੇ ਨੇ, ਕਿਸਾਨਾਂ ਦਾ ਵੀ ਪ੍ਰੋਟੈਸਟ ਕਰਨਾ ਬਣਦਾ ਹੈ, ਪਰ ਅਪੀਲ ਫਿਰ ਕੇਂਦਰ ਸਰਕਾਰ ਨੂੰ ਹੈ, ਮੋਦੀ ਸਾਹਿਬ ਨੂੰ ਹੈ ਵੀ ਇਹ ਮਸਲਾ ਨਿਬੇੜਿਆ ਜਾਣਾ ਚਾਹੀਦਾ ਹੈ। ਗੱਲਬਾਤ ਕਰਕੇ ਕਿਸਾਨਾਂ ਨੂੰ ਗਲੇ ਲਾ ਕੇ ਇਹ ਮਸਲਾ ਨਿਬੇੜਿਆ ਜਾਣਾ ਚਾਹੀਦਾ ਹੈ। ਬਾਕੀ ਮੈਂਬਰ ਪਾਰਲੀਮੈਂਟਾਂ ਨੂੰ ਮੇਰਾ ਇਹ ਮੰਨਣਾ ਹੈ ਕਿ ਅਗਰ ਉਹ ਕੁਝ ਠੋਸ ਕਰਨਾ ਚਾਹੁੰਦੇ ਨੇ ਤੇ ਉਹਨਾਂ ਸਾਰਿਆਂ ਨੂੰ ਆਪਣੇ ਆਪਣੇ ਮੈਂਬਰ ਪਾਰਲੀਮੈਂਟਾਂ ਦੇ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਨੇ। ਫਿਰ ਮੈਨੂੰ ਲੱਗੂਗਾ ਕਿ ਹਾਂ, ਉਹਨਾਂ ਨੇ ਅਸਲੀ ਸੰਘਰਸ਼ ਕਿਸਾਨਾਂ ਦੇ ਅੰਦੋਲਨ ਲਈ ਕੀਤਾ। ਸੋ ਬਿਲਕੁਲ ਇਹ ਜ਼ਰੂਰ ਹੈ ਕਿ ਕਿਸਾਨ ਆਪਣੇ ਪੱਧਰ ਦੇ ਉੱਤੇ ਜੋ ਪਾਰਲੀਮੈਂਟ ਲਾ ਰਹੇ ਨੇ ਉਹਦੇ 'ਚ ਵੀ ਮੁੱਦੇ ਸੁਣੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਜ਼ਰੂਰ ਕਿਸਾਨਾਂ ਨੂੰ ਹੱਥ ਅਜਮਾ ਲੈਣੇ ਚਾਹੀਦੇ ਨੇ, ਤਾਂ ਜੋ ਕਿਤੇ ਨਾ ਕਿਤੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਗੱਲ ਉਹ ਆਪ ਕਰ ਸਕਣ, ਨਾ ਕਿ ਕਿਸੇ ਦੇ ਜ਼ਰੀਏ ਗੱਲ ਵਧਾਉਣ ਦੀ ਕੋਸ਼ਿਸ਼ ਹੋਵੇ। ਸੋ ਜੋ ਵੀ ਕੁਝ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪੰਜਾਬ ਦੀਆਂ ਚੋਣਾਂ ਦੇ ਵਿੱਚ ਹੋਣ ਜਾ ਰਿਹਾ, ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਰਹੇਗਾ। ਸੋ ਇਕੱਲੇ ਮਸਲੇ ਦੇ ਉੱਤੇ ਚਰਚਾ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਕਰਦੇ ਰਹਾਂਗੇ, ਪਰ ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ। ਬਹੁਤ ਬਹੁਤ ਧੰਨਵਾਦ ਗਗਨ ਜੀ। ਬਈ ਮੈਂ ਮਹਿਸੂਸ ਕਰਦਾ ਕਿ ਜਿਹੜੇ ਲੋਕ ਸਾਧਨ ਸੰਪੰਨ ਹੈ, ਜਿਨ੍ਹਾਂ ਦੇ ਕੋਲ ਜ਼ਮੀਂਦਾਰੀਆਂ, ਜਾਗੀਰਦਾਰੀਆਂ ਜਾਂ ਲੋਕਾਂ ਦੇ ਕੋਲ ਆਪਣਾ ਸਾਧਨ ਹੈ, ਉਹਨਾਂ ਨੂੰ ਟੈਕਸ ਖੁਦ ਭਰਨਾ ਚਾਹੀਦਾ ਹੈ, ਸੱਚ ਹੈ। ਲੇਕਿਨ ਬਹੁਤ ਸਾਰੇ MLA ਹੈ ਜਿਨ੍ਹਾਂ ਦੇ ਬਹੁਤ ਸਾਰੇ ਖਰਚੇ ਹੈ, ਜਿਨ੍ਹਾਂ ਨੂੰ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਹੈ, ਉਹਨਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। MLA ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਪ ਅੱਗੇ ਆਉਣਾ ਚਾਹੀਦਾ ਹੈ ਔਰ ਆ ਕੇ ਇਹ ਕਹਿਣਾ ਚਾਹੀਦਾ ਹੈ ਕਿ ਭਾਈ ਟੈਕਸ ਮੈਂ ਖੁਦ ਭਰਾਂਗਾ ਔਰ ਮੇਰੇ ਕੋਲ ਸਾਧਨ ਹੈ। ਤਾਂ ਮੇਰੇ ਖਿਆਲ ਇਹ ਸਾਰੇ ਜ਼ਿੰਮੇਵਾਰ ਲੋਕ ਨੇ, ਆਪਣੀ ਜ਼ਿੰਮੇਵਾਰੀ ਨੂੰ ਸਭ ਨੂੰ ਨਿਭਾਉਣਾ ਚਾਹੀਦਾ ਹੈ। ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ, ਜਿੱਥੋਂ ਤੱਕ ਮੇਰਾ ਸਵਾਲ ਹੈ, ਭਾਈ ਮੇਰੇ ਕੋਲ ਕੋਈ कारखाना नहीं है, मेरे को कोई होटल नहीं, मेरे को कोई फैक्ट्री नहीं, लेकिन फिर भी अपना टैक्स मैं खुद भरदा। ये मैं अज जिहड़ा टैक्स भर रहा है ਉਹਦੇ पेपर मैं मीडिया ਨੂੰ भी रिलीज़ कर रहा है। मैं अपना टैक्स आप भरदा, अपनी जिम्मेवारी खुद निभाना है और सब ਨੂੰ अपनी जिम्मेवारी निभानी चाहिए है। ਕਾਫੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਘੱਗਰ ਨੇ ਮਾਰ ਕੀਤੀ ਹੈ। ਸਾਡੀ ਪਹਿਲੀ ਤਾਂ ਮੰਗ ਇਹ ਵੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਬਾਰਿਸ਼ਾਂ ਕਰਕੇ ਖਰਾਬਾ ਹੋ ਰਿਹਾ, ਉਹਦਾ ਹੁਣੇ ਤੋਂ ਸਪੈਸ਼ਲ ਗਰਦੌਰੀ ਕਰਾ ਕੇ
ਸਮਾਬੱਧ ਕਰਕੇ ਖਰਾਬੇ ਦਾ ਮੁਆਵਜ਼ਾ ਦੇਣ ਦਾ ਪ੍ਰਬੰਧ ਕਰੇ ਪੰਜਾਬ ਸਰਕਾਰ। ਤੇ ਜਿਹੜੇ ਅਫਸਰਾਂ ਦੀ ਡਿਊਟੀ ਸੀ ਇਹਨਾਂ ਡਰੇਨਾਂ ਨੂੰ ਸਾਫ਼ ਕਰਨ ਦੀ, ਇਹਨਾਂ ਦਰਿਆਵਾਂ ਨੂੰ ਸਾਫ਼ ਕਰਨ ਦੀ, ਘੱਗਰ ਨੂੰ ਸਫਾਈ ਕਰਨ ਦੀ, ਔਰ ਉਹਨਾਂ ਨੇ ਸਫਾਈ ਨਹੀਂ ਕੀਤੀ, ਕਰਪਸ਼ਨ ਕੀਤੀ ਆ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।